40 ਸਾਲਾ ਅਧਿਆਪਕਾ ਨਮਰਤਾ ਸ਼ਰਮਾ ਪਦਾਸ ਦੇ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਸੀ ਅਤੇ ਇੱਥੇ ਹੀ ਆਪਣੀ ਸੇਵਾਵਾਂ ਨਿਭਾ ਰਹੇ ਸੀ। ਦੇਖਣ ਦੇ ਵਿੱਚ ਇੰਜ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਖੁਸ਼ਹਾਲ ਹੈ। ਘਰ ਦੇ ਵਿੱਚ ਇੱਕ ਮੁੰਡਾ, ਪਤੀ, ਜਿਸ ਦੇ ਨਾਲ ਉਹ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਸੀ। ਇਸ ਤੋਂ ਇਲਾਵਾ ਸਰਕਾਰੀ ਨੌਕਰੀ ਅਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ। ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਭਵਿੱਖ ਹੁੰਦੇ ਨੇ ਅਧਿਆਪਕ, ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਕਰਦੇ ਨੇ। ਪਰ ਕੀ ਹੋਵੇ ਜੇਕਰ ਇਹਨਾਂ ਅਧਿਆਪਕਾਂ ਦਾ ਅੱਜ ਹੀ ਖਰਾਬ ਹੋ ਜਾਵੇ। ਇੱਕ ਅਜਿਹੀ ਅਧਿਆਪਕਾਵਾਂ ਦੇ ਨਾਲ ਜੁੜਿਆ ਵੱਡਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇਹ ਸਮਝ ਨਹੀਂ ਆ ਰਿਹਾ ਕਿ ਆਖਿਰਕਾਰ ਕੋਈ ਅਧਿਆਪਕ, ਕੋਈ ਸਿੱਖਿਅਕ ਦੂਸਰੇ ਨੂੰ ਸਿੱਖਿਆ ਦੇਣ ਵਾਲਾ ਵਿਅਕਤੀ ਇੰਜ ਕਿਵੇਂ ਕਰ ਸਕਦਾ ਹੈ। 40 ਸਾਲ ਦੀ ਇੱਕ ਅਧਿਆਪਕਾ ਜਦੋਂ ਸਕੂਲ ਲੇਟ ਪਹੁੰਚੀ ਤਾਂ ਉਸ ਦੇ ਨਾਲ ਸਕੂਲ ਦੀਆਂ ਹੀ 2 ਹੋਰ ਅਧਿਆਪਕਾਵਾਂ ਦੇ ਵੱਲੋਂ ਉਸ ਨੂੰ ਜ਼ਲੀਲ ਕੀਤਾ ਗਿਆ। ਇਹ ਸਾਰੀ ਖਬਰ ਦੀ ਗੱਲਬਾਤ ਜਦੋਂ ਉਸ ਅਧਿਆਪਕਾ ਦੇ ਵੱਲੋਂ ਆਪਣੇ ਪਤੀ ਨੂੰ ਦਿੱਤੀ ਗਈ ਤਾਂ ਉਸ ਦੇ ਪਤੀ ਦੇ ਵੱਲੋਂ ਵੀ ਆਪਣੀ ਪਤਨੀ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕਿਹਾ ਗਿਆ ਕਿ ਮੈਂ ਕੱਲ ਤੇਰੇ ਸਕੂਲ ਦੇ ਵਿੱਚ ਜਾ ਕੇ ਸਾਰੀ ਗੱਲਬਾਤ ਕਰਾਂਗਾ। ਰਾਤ ਦਾ ਸਮਾਂ ਸੀ ਅਤੇ ਰੋਟੀ ਖਾਣ ਤੋਂ ਬਾਅਦ ਉਹ ਮੈਡਮ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ। ਹਾਲਾਂਕਿ ਉਸ ਦਾ ਬੱਚਾ ਉਹਨੂੰ ਬੁਲਾਉਣ ਵੀ ਜਾਂਦਾ ਹੈ, ਪਰ ਉਹ ਬਾਹਰ ਨਹੀਂ ਆਉਂਦੀ। ਉਸ ਅਧਿਆਪਕਾ ਦੇ ਮਨ ਦੇ ਉੱਪਰ, ਦਿਮਾਗ ਦੇ ਉੱਪਰ ਇੰਨੀ ਜ਼ਿਆਦਾ ਪਰੇਸ਼ਾਨੀ ਸੀ। ਆਖਿਰਕਾਰ ਉਹ ਕਿਹੜੀਆਂ ਗੱਲਾਂ ਉਸ ਨੂੰ ਕਹੀਆਂ ਗਈਆਂ ਹੋਣਗੀਆਂ ਸਕੂਲ ਦੇ ਵਿੱਚ ਮੌਜੂਦ ਬਾਕੀ ਦੀਆਂ 2 ਅਧਿਆਪਕਾਵਾਂ ਦੇ ਵੱਲੋਂ, ਕੋਈ ਸੋਚ ਵੀ ਨਹੀਂ ਸਕਦਾ। ਦਰਅਸਲ ਇਹ ਸਾਰਾ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਉਸ ਸਮੇਂ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਕਿ ਉਸ ਅਧਿਆਪਕਾ ਦੇ ਵੱਲੋਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਦਿੱਤੀ ਗਈ ਅਤੇ ਬਾਅਦ ਦੇ ਵਿੱਚ ਸਕੂਲ ਦੀਆਂ ਉਹ 2 ਅਧਿਆਪਕਾਵਾਂ ਜਿਨ੍ਹਾਂ ਦੇ ਵੱਲੋਂ ਜ਼ਲੀਲ ਕੀਤਾ ਗਿਆ ਸੀ, ਉਹ ਹੁਣ ਫਰਾਰ ਦੱਸੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਕਿਵੇਂ ਇਹ ਸਾਰੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਇੱਕ ਸਕੂਲ ਦੇ ਵਿੱਚ ਪੜ੍ਹਾਉਂਦੀ ਮੈਡਮ ਦੇ ਵੱਲੋਂ ਅਧਿਆਪਕਾ ਦੇ ਵੱਲੋਂ ਬਾਰ-ਬਾਰ ਪਰੇਸ਼ਾਨੀ ਦੇ ਕਾਰਨ, ਪਰੇਸ਼ਾਨੀ ਦੇ ਚਲਦੇ ਇਹ ਬੋਝ ਨੂੰ ਨਾ ਸਹਾਰਿਆ ਗਿਆ ਅਤੇ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਉਹ ਮਜਬੂਰ ਹੋ ਗਏ। ਪਿੰਡ ਮਿਆਣੀ ਭੱਗੂਪੁਰੀਆ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਇੱਕ ਅਧਿਆਪਿਕਾ ਦੇ ਵੱਲੋਂ ਆਪਣੇ ਘਰ ਦੇ ਵਿੱਚ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪਿੰਡ ਮਿਆਣੀ ਭੱਗੂਪੁਰੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਬੀਤੀ ਰਾਤ ਇੱਕ ਅਧਿਆਪਕਾ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਜੀਵਨ ਲੀਲਾ ਖਤਮ ਕਰ ਲਈ ਗਈ। ਜਾਣਕਾਰੀ ਦੇ ਅਨੁਸਾਰ ਨਮਰਤਾ ਸ਼ਰਮਾ, ਉਮਰ 40 ਸਾਲ, ਪਤਨੀ ਵਿਸ਼ਾਲ ਬਜਾਜ, ਪਿੰਡ ਮਿਆਣੀ ਭੱਗੂਪੁਰੀਆ, ਜੋ ਕਿ ਬੇਗੋਵਾਲ ਤੋਂ ਨੇੜਲੇ ਪਿੰਡ ਪਦਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਦਾਸ ਵਿਖੇ ਹੀ ਅਧਿਆਪਕਾ ਸੀ। ਇਸ ਸਾਰੇ ਮਾਮਲੇ ਤੇ ਅਧਿਆਪਕਾ ਦੇ ਪਤੀ ਦੇ ਵੱਲੋਂ ਦੱਸਿਆ ਗਿਆ ਕਿ 2 ਮਈ ਨੂੰ ਮੇਰੀ ਪਤਨੀ ਨਮਰਤਾ ਸ਼ਰਮਾ, ਜਿਸ ਦੀ ਉਮਰ 40 ਸਾਲ ਹੈ, ਕਰੀਬ 9:30 ਵਜੇ ਆਪਣੀ ਡਿਊਟੀ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਪਦਾਸ ਗਈ ਸੀ ਅਤੇ ਕਰੀਬ 12:15 ਤੇ ਉਹ ਸਕੂਲ ਤੋਂ ਘਰ ਵਾਪਸ ਆ ਗਈ ਸੀ। ਮੇਰੀ ਪਤਨੀ ਨੇ ਸਕੂਲ ਤੋਂ ਵਾਪਸ ਘਰ ਆ ਕੇ ਮੈਨੂੰ ਦੱਸਿਆ ਸੀ ਕਿ ਮੇਰੀ ਰਵਨੀਤ ਕੌਰ ਅਤੇ ਮਨਦੀਪ ਕੌਰ ਦੇ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਸੀ ਅਤੇ ਰਵਨੀਤ ਅਤੇ ਮਨਦੀਪ ਨੇ ਉਸ ਨੂੰ ਰੱਜ ਕੇ ਜਲੀਲ ਕੀਤਾ ਅਤੇ ਮਾੜਾ ਚੰਗਾ ਵੀ ਬੋਲਿਆ। ਇਸ ਉਪਰੰਤ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪਰਸੋਂ ਆਪ ਤੇਰੇ ਨਾਲ ਜਾ ਕੇ ਸਕੂਲ ਦੀਆਂ ਮੈਡਮਾਂ ਦੇ ਨਾਲ ਗੱਲ ਕਰਕੇ ਆਵਾਂਗਾ। ਉਸ ਤੋਂ ਬਾਅਦ ਕਰੀਬ 10 ਵਜੇ ਰਾਤ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬੈਗੋਵਾਲ ਪੁਲਿਸ ਦੇ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ 2 ਅਧਿਆਪਕਾਵਾਂ, ਜਿਨ੍ਹਾਂ ਦਾ ਨਾਮ ਰਵਨੀਤ ਅਤੇ ਮਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ, ਉਹਨਾਂ ਦੇ ਖਿਲਾਫ ਸਾਰਾ ਮਾਮਲਾ ਦਰਜ ਕਰ ਲਿਆ। ਨਮਰਤਾ ਸ਼ਰਮਾ ਹਰ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਗਈ ਸੀ, ਪਰ ਸਕੂਲ ਦੇ ਵਿੱਚ 2 ਅਧਿਆਪਕਾਵਾਂ ਦੇ ਵੱਲੋਂ ਉਸ ਨੂੰ ਕਥਿਤ ਤੌਰ ਤੇ ਜ਼ਲੀਲ ਕੀਤਾ ਗਿਆ, ਜਿਸ ਤੋਂ ਬਾਅਦ ਉਹ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਗਈ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਹੀ ਸਹੀ ਸਮਝਿਆ। ਪੁਲਿਸ ਨੇ ਇਹਨਾਂ 2 ਅਧਿਆਪਕਾਵਾਂ, ਜਿਨ੍ਹਾਂ ਦੇ ਨਾਮ ਅਸੀਂ ਦੱਸ ਚੁੱਕੇ ਹਾਂ, ਉਹਨਾਂ ਦੇ ਖਿਲਾਫ ਇਹ ਸਾਰਾ ਪਰਚਾ ਦਰਜ ਕੀਤਾ ਹੈ। ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਦੇ ਵੱਲੋਂ ਸਾਰੀ ਘਟਨਾਕ੍ਰਮ ਨੂੰ ਦੱਸਿਆ ਗਿਆ ਕਿ ਕਿਵੇਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੱਡਕੁਲਾ ਵਿਖੇ ਈਟੀਟੀ ਅਧਿਆਪਕਾ ਸੀ ਉਸ ਦੀ ਪਤਨੀ ਅਤੇ 2 ਮਈ ਨੂੰ ਹਰ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਨਿਭਾਉਣ ਦੇ ਲਈ ਸਕੂਲ ਗਈ ਸੀ, ਪਰ ਦੇਰੀ ਦੇ ਨਾਲ ਪਹੁੰਚਣ ਕਰਕੇ ਉੱਥੇ ਦੀਆਂ ਮੌਜੂਦਾ ਕੁਝ ਹੋਰ ਮੈਡਮਾਂ ਦੇ ਵੱਲੋਂ, ਅਧਿਆਪਕਾਵਾਂ ਦੇ ਵੱਲੋਂ ਉਹਨਾਂ ਦੀ ਪਤਨੀ ਨਮਰਤਾ ਨੂੰ ਜ਼ਲੀਲ ਕੀਤਾ ਗਿਆ ਸੀ। ਉਹਨਾਂ ਦੇ ਨਾਮ ਰਵਨੀਤ ਅਤੇ ਮਨਦੀਪ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਸੀ। ਹਾਲਾਂਕਿ ਰਾਤ ਦੇ ਸਮੇਂ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਸਮਝਾ ਕੇ ਭੇਜਿਆ ਗਿਆ ਸੀ ਕਿ ਮੈਂ ਅਗਲੇ ਦਿਨ ਤੇਰੇ ਨਾਲ ਸਕੂਲ ਜਾਵਾਂਗਾ।
ਪਰ ਪਤਾ ਨਹੀਂ ਉਸ ਔਰਤ ਦੇ ਮਨ ਦੇ ਵਿੱਚ, ਅਧਿਆਪਕਾ ਦੇ ਮਨ ਦੇ ਵਿੱਚ ਕੀ ਆਇਆ। ਪਤਨੀ ਅਤੇ ਪੁੱਤਰ ਸ਼ਮੀਰ ਬਜਾਜ ਖਾਣਾ ਖਾ ਕੇ ਘਰ ਰਾਤ ਨੂੰ ਬੈਠੇ ਸੀ ਤਾਂ ਨਮਰਤਾ ਦੂਸਰੇ ਕਮਰੇ ਦੇ ਵਿੱਚ ਚਲੀ ਗਈ। ਉਸ ਦਾ ਪੁੱਤਰ ਆਪਣੀ ਮਾਂ ਨੂੰ ਬੁਲਾਉਣ ਗਿਆ ਪਰ ਉਹ ਬਾਹਰ ਨਹੀਂ ਆਏ। ਫਿਰ 15 ਮਿੰਟ ਬਾਅਦ ਨਮਰਤਾ ਕਮਰੇ ਦੇ ਵਿੱਚੋਂ ਬਾਹਰ ਆਈ ਅਤੇ ਉਸਨੇ ਸਾਰੇ ਕਮਰੇ ਵਾਲੇ ਦਰਵਾਜ਼ਿਆਂ ਦਾ ਬਾਹਰੋਂ ਕੁੰਡਾ ਲਗਾ ਦਿੱਤਾ। ਉਸਨੇ ਆਪਣੇ ਭਰਾ ਦੀਪਕ ਬਜਾਜ ਨੂੰ ਫੋਨ ਕੀਤਾ, ਜਿਸ ਨੇ ਆ ਕੇ ਉਸਦੇ ਕਮਰੇ ਦਾ ਕੁੰਡਾ ਖੁਲਵਾਇਆ। ਜਦੋਂ ਦੂਸਰੇ ਕਮਰੇ ਦੇ ਵਿੱਚ ਗਏ ਤਾਂ ਉਸਦੀ ਪਤਨੀ ਉਸ ਸਮੇਂ ਤੱਕ ਖਤਮ ਹੋ ਚੁੱਕੀ ਸੀ। ਉਹ ਪਤਨੀ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਤੋਂ ਪਹਿਲਾਂ ਕਮਰੇ ਦੇ ਵਿੱਚ ਲਿਪਸਟਿਕ ਦੇ ਨਾਲ ਕਮਰੇ ਦੀ ਕੰਧ ਤੇ ਅਤੇ ਅਲਮਾਰੀ ਦੇ ਨਾਲ-ਨਾਲ ਦਰਵਾਜ਼ੇ ਤੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਕਾਰਨ ਅਤੇ ਜ਼ਿੰਮੇਵਾਰ ਠਹਿਰਾਇਆ ਉਹਨਾਂ ਹੀ ਅਧਿਆਪਕਾਵਾਂ ਨੂੰ, ਜਿਨ੍ਹਾਂ ਨੇ ਇਸ ਅਧਿਆਪਿਕਾ ਨੂੰ ਜ਼ਲੀਲ ਕੀਤਾ ਸੀ, ਰਵਨੀਤ ਕੌਰ ਅਤੇ ਮਨਦੀਪ ਕੌਰ। ਬੈਗੋਵਾਲ ਪੁਲਿਸ ਨੇ ਦੋਵਾਂ ਅਧਿਆਪਕਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਸੰਬੰਧੀ ਥਾਣਾ ਮੁਖੀ ਬੈਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਅਧਿਆਪਕਾਵਾਂ ਨੂੰ ਫੜਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਲੇਡੀ ਨਮਰਤਾ ਸ਼ਰਮਾ, ਉਮਰ ਕਰੀਬ 40 ਸਾਲ, ਜੋ ਪ੍ਰਾਇਮਰੀ ਸਕੂਲ ਪਧਾਰਸ ਵਿਖੇ ਪੜ੍ਹਾਉਂਦੀ ਸੀ, ਜੋ ਰਾਤ ਉਹਨੇ ਆਪਣੇ ਘਰ ਵਿੱਚ ਲਈ ਕੰਧ ਉੱਤੇ ਤੇ ਆਪਣੀ ਲਈ ਨੋਟ ਵਿੱਚ ਲਿਖਿਆ ਕਿ ਮੇਰੇ ਜਿਹੜੇ ਨਾਲ ਦੀ ਟੀਚਰਾਂ ਸੀ ਰਵਨੀਤ ਕੌਰ ਤੇ ਮਨਦੀਪ ਕੌਰ, ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਹੈ। ਉਹਨਾਂ ਤੇ ਦੋ ਤੰਗ ਪਰੇਸ਼ਾਨ ਹੋ ਕੇ ਇਹਨੇ ਕਰ ਲਈ। ਗ੍ਰਿਫਤਾਰੀ ਪਈ ਕਿਸੇ ਨਹੀਂ, ਗ੍ਰਿਫਤਾਰੀ ਨਹੀਂ ਹੋਈ। ਟੀਚਰਾਂ ਦੇ ਕੀ ਨਾਮ ਹੈ ਜੀ? ਟੀਚਰ ਰਵਨੀਤ ਕੌਰ ਤੇ ਮਨਦੀਪ ਕੌਰ। ਕੰਧ ਉੱਤੇ ਉਹਨਾਂ ਨੇ ਲਿਖੀ ਉਹਦੀ ਫੋਟੋ ਵਗੈਰਾ ਕੰਧ ਉੱਤੇ ਤੇ ਅਲਮਾਰੀ ਉੱਤੇ ਆਪਣੀ। ਯੈਸ। ਲੇਡੀ ਨਮਰਤਾ ਸ਼ਰਮਾ, ਉਮਰ ਕਰੀਬ 40 ਸਾਲ, ਜੋ ਪ੍ਰਾਇਮਰੀ ਸਕੂਲ ਪਧਾਰਸ ਵਿਖੇ ਪੜ੍ਹਾਉਂਦੀ ਸੀ, ਜੋ ਰਾਤ ਉਹਨੇ ਆਪਣੇ ਘਰ ਵਿੱਚ ਤੋੜ ਲਈ ਕੰਧ ਉੱਤੇ ਤੇ ਆਪਣੀ ਕਰ ਲਈ, ਜੋ ਨੋਟ ਵਿੱਚ ਲਿਖਿਆ ਕਿ ਮੇਰੇ ਜਿਹੜੇ ਨਾਲ ਦੀ ਟੀਚਰਾਂ ਸੀ ਰਵਨੀਤ ਕੌਰ ਤੇ ਮਨਦੀਪ ਕੌਰ, ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਹੈ। ਉਹਨਾਂ ਤੇ ਦੋ ਤੰਗ ਪਰੇਸ਼ਾਨ ਹੋ ਕੇ ਇਹਨੇ ਲਈ, ਜੋ ਇਹਦੇ ਘਰ ਵਾਲੇ ਦਾ ਬਿਆਨ ਵਿਸ਼ਾਲ ਬਜਾਜ ਨੇ ਬਿਆਨ ਲਿਖਵਾਇਆ, ਉਹ ਬਿਆਨ ਮੁਤਾਬਕ ਉਹਨਾਂ ਦੇ ਖਿਲਾਫ ਬਾਈ ਨੇ ਮੁਕੱਦਮਾ ਦਰਜ ਕਰ ਦਿੱਤਾ ਤੇ ਇਸ ਲੜਕੀ ਦਾ ਅੰਤਿਮ ਸੰਸਕਾਰ ਦੇ ਲਈ ਵਾਰਸਾਂ ਦੇ ਹਵਾਲੇ ਕਰ ਦਿੱਤਾ। ਸਰ ਗ੍ਰਿਫਤਾਰੀ? ਹਾਂਜੀ, ਗ੍ਰਿਫਤਾਰੀ ਪਈ ਕਿਸੇ? ਨਹੀਂ, ਗ੍ਰਿਫਤਾਰੀ ਨਹੀਂ ਹੋਈ। ਟੀਚਰਾਂ ਦੇ ਕੀ ਨਾਮ ਹੈ ਜੀ? ਟੀਚਰ ਰਵਨੀਤ ਕੌਰ ਤੇ ਮਨਦੀਪ ਕੌਰ। ਕਿ ਸੋਟ ਹੈ ਜਾਂ ਕੋਈ ਇਸ ਤਰ੍ਹਾਂ? ਸੋਟ ਕੰਧ ਉੱਤੇ ਉਹਨਾਂ ਨੇ ਲਿਖੀ ਉਹਦੀ ਫੋਟੋ ਵਗੈਰਾ ਕੰਧ ਉੱਤੇ ਤੇ ਅਲਮਾਰੀ ਉੱਤੇ ਆਪਣੀ। ਨਮਰਤਾ ਨੇ ਖੁਦ ਨੂੰ ਤੰਗ ਪਰੇਸ਼ਾਨ ਕਰਨ ਵਾਲੀਆਂ ਉਹਨਾਂ ਅਧਿਆਪਕਾਵਾਂ ਦੇ ਨਾਮ ਦੇ ਨਾਲ-ਨਾਲ ਇਹ ਵੀ ਲਿਖਿਆ ਕਿ ਉਹ ਦੋਵੇਂ ਬਹੁਤ ਚਲਾਕ ਨੇ ਅਤੇ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਾ ਜਾਵੇ। ਇੱਕ ਸਕੂਲ ਦੀ ਅਧਿਆਪਕਾ ਜੋ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਜਾਂਦੀ ਸੀ ਅਤੇ ਆਪਣੇ ਬੱਚੇ ਦੇ ਚੰਗੇ ਭਵਿੱਖ ਦੇ ਲਈ ਉਹ ਨੌਕਰੀ ਕਰ ਰਹੀ ਸੀ, ਪਰ ਪਿੱਛੇ ਰੋਂਦਾ ਕੁਰਲਾਉਂਦਾ ਪਰਿਵਾਰ ਅਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਉਸ ਅਧਿਆਪਕਾ ਦਾ ਹੀ ਮੁੰਡਾ ਹੈ ਜਿਹੜਾ ਕਿ ਆਪਣੀ ਮਾਂ ਨੂੰ ਰੋ ਰੋ ਕੇ ਪੁਕਾਰ ਰਿਹਾ ਹੈ।